गुड मॉर्निंग स्टूडेंट्स। राजे एक बच्चे की ना प्रॉब्लम सीगी एक्सरसाइज 1.4 च थर्ड क्वेश्चन की 1.4 थर्ड क्वेश्चन की सीगा कहंदे गिवन की आ ए कहंदे सबसैट बी दा तो ए यूनीअन बी की होगा। मैंने जी तुहानूं एग्जाम्पल भी दसती राजे देखो दो सैट लै लए असीं ए दे विच किहड़े एलीमेंट आ 1 2 बी दे विच किहड़े एलीमेंट आ 1 2 3 4 ਇਹਦੇ ਵਿੱਚ ਦੇਖੋ ਤੁਹਾਨੂੰ ਕਲੀਅਰ ਹੀ ਆ ਜਿਹੜਾ ਏ ਆ ਉਹ ਬੀ ਦਾ ਸਬਸੈਟ ਹੈਗਾ ਨਾ ਕਿਉਂਕਿ 1 ਤੇ 2 ਇੱਧਰ ਵੀ ਹੈਗੇ ਆ ਤੇ ਇੱਧਰ ਵੀ ਪਏ ਆ। ਤਾਂ ਜਦੋਂ ਤੁਸੀਂ ਯੂਨੀਅਨ ਲਈ ਸਾਰੇ ਕੰਬਾਈਨ ਕਰੋਗੇ 1 ਵੀ ਆਊਗਾ 2 ਵੀ 3 ਵੀ 4 ਵੀ ਤੇ ਜਿਹੜਾ ਇਹ ਸੈਟ ਕਿਹਦੇ ਇਕੁਅਲ ਆ ਗਿਆ ਇਹ ਬੀ ਦੇ। ਤਾਂ ਏ ਯੂਨੀਅਨ ਬੀ ਇਕੁਅਲ ਟੂ ਬੀ ਐਗਜ਼ਾਮਪਲ ਤੋਂ ਵੀ ਐਗਜ਼ਾਮਪਲ ਦੇ ਸਕਦੇ ਹੋ। ਜੇ ਤੁਸੀਂ ਲਿਖਣਾ ਕਿ ਮੈਂ ਇੱਕ ਲਾਈਨ ਦਾ ਬਸ ਇਹਦਾ ਆਨਸਰ ਆ ਈਚ ਐਲੀਮੈਂਟ ਆਫ ਏ ਇਜ਼ ਇਨ ਬੀ। ਜੇ ਤੁਹਾਨੂੰ ਵੈਸੇ ਹੀ ਤੁਹਾਨੂੰ ਪੁੱਛਿਆ ਜਾਵੇ ਜੇ ਤੁਹਾਨੂੰ ਮਲਟੀਪਲ ਚੋਇਸ ਆਉਂਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਹ ਜੇ ਸਬਸੈਟ ਬੀ ਦਾ ਜਾਂ ਜੇ ਏ ਬੀ ਦਾ ਸਬਸੈਟ ਆ ਤਾਂ ਏ ਦਾ ਹਰ ਇੱਕ ਐਲੀਮੈਂਟ ਬੀ 'ਚ ਆ। ਤਾਂ ਜਦੋਂ ਅਸੀਂ ਯੂਨੀਅਨ ਕਰਾਂਗੇ ਤਾਂ ਉਹ ਸਾਰਾ ਬੀ ਹੀ ਆ ਜਾਊਗਾ ਕਿਉਂਕਿ ਬੀ ਦੇ ਵਿੱਚ ਈ ਦੇ ਐਲੀਮੈਂਟ ਪਏ ਆ ਤਾਂ ਉਹ ਆਪਣੇ ਆਪ ਹੀ ਆਪਾਂ ਦੇਖਿਆ ਐਗਜ਼ਾਮਪਲ ਤੋਂ ਆ ਜਾਂਦੇ ਆ। ਤਾਂ ਤੁਸੀਂ ਇੰਨਾ ਲਿਖ ਕੇ ਇੰਨਾ ਵੀ ਲਿਖ ਸਕਦੇ ਹੋ ਇੱਥੇ ਤੱਕ ਦੇ ਨਾਲ ਐਗਜ਼ਾਮਪਲ ਦੇਣੀ ਹੈ। ਐਗਜ਼ਾਮਪਲ ਤੁਹਾਡੀ ਅੰਡਰਸਟੈਂਡਿੰਗ ਲਈ ਆ ਵੀ ਤੁਹਾਨੂੰ ਸਮਝ ਆਉਣੀ ਚਾਹੀਦੀ ਆ। ਤੁਸੀਂ ਲਿਖੋਗੇ ਈਚ ਐਲੀਮੈਂਟ ਆਫ ਏ ਇਜ਼ ਇਨ ਬੀ ਤਾਂ ਜਦੋਂ ਯੂਨੀਅਨ ਕਰਾਂਗੇ ਅਸੀਂ ਤਾਂ ਉਹ ਸੈਟ ਬੀ ਹੀ ਆਊਗਾ। ਠੀਕ ਹੈ। ਅਗਲਾ ਰਾਜੀ ਆਪਾਂ ਕਰਾਂਗੇ ਪ੍ਰੋਪਰਟੀਜ਼ ਆਫ ਆਪਰੇਸ਼ਨ ਆਫ ਯੂਨੀਅਨ ਪ੍ਰੋਪਰਟੀਜ਼ ਇਹਨਾਂ ਦੀਆਂ ਕਰਾਂਗੇ। ਪਹਿਲੀ ਪ੍ਰੋਪਰਟੀ ਕੀ ਆ ਏ ਯੂਨੀਅਨ ਬੀ ਇਕੁਅਲ ਟੂ ਬੀ ਯੂਨੀਅਨ ਏ। ਇਹਦਾ ਕੀ ਮਤਲਬ ਆ ਵੀ ਚਾਹੇ ਤੁਸੀਂ ਪਹਿਲਾਂ ਏ ਅਤੇ ਬੀ ਦੀ ਯੂਨੀਅਨ ਲਿਖੋ ਜਾਂ ਫਿਰ ਬੀ ਪਹਿਲਾਂ ਰੱਖ ਲਓ ਫਿਰ ਏ ਪਿੱਛੇ ਰੱਖੋ ਫਿਰ ਯੂਨੀਅਨ ਦੇਖੋ ਦੋਨੇ ਆਨਸਰ ਕੀ ਆਉਂਦੇ ਆ ਸੇਮ ਆਉਂਦੇ ਆ ਇਕੁਅਲ ਆਉਂਦੇ ਆ। ਇਹਨੂੰ ਬੋਲਦੇ ਆ ਕਮੂਟੇਟਿਵ ਲਾ। ਕੀ ਬੋਲਦੇ ਆ ਇਹਨੂੰ ਕਮੂਟੇਟਿਵ ਲਾ। ਅਗਲੀ ਦਾ ਜੇ ਪ੍ਰੋਪਰਟੀ ਆ ਬਸ ਇਹ ਪ੍ਰੋਪਰਟੀ ਤੁਸੀਂ ਕਾਪੀ 'ਤੇ ਨੋਟ ਕਰੋਗੇ ਇੱਥੋਂ ਸਾਰਾ ਇੱਥੋਂ ਕੰਮ ਆਪਣਾ ਕਾਪੀ 'ਤੇ ਨੋਟ ਕਰਨਾ ਔਨ ਕਾਪੀ ਐਕਸਰਸਾਈਜ਼ ਦੇ ਕੁਐਸਚਨ ਤਾਂ ਕਰਨੀ ਆ ਅਤੇ ਇਹ ਪ੍ਰੋਪਰਟੀਜ਼ ਵੀ ਨੋਟ ਕਰੋਗੇ। ਸੈਕਿੰਡ ਕੁਐਸਚਨ ਕੀ ਆ ਸੈਕਿੰਡ ਪ੍ਰੋਪਰਟੀ ਪਹਿਲਾਂ ਕਹਿੰਦੇ ਦੋ ਏ ਯੂਨੀਅਨ ਬੀ ਪਹਿਲਾਂ ਦੋ ਸੈਟਸ ਦੀ ਯੂਨੀਅਨ ਲੈ ਲਓ ਠੀਕ ਆ ਫਿਰ ਇੱਕ ਸੀ ਦੇ ਨਾਲ ਕਰੋ ਜਾਂ ਫਿਰ ਪਹਿਲਾਂ ਬੀ ਅਤੇ ਸੀ ਦੀ ਯੂਨੀਅਨ ਦੇਖ ਲਓ ਫਿਰ ਏ ਦੇ ਨਾਲ ਯੂਨੀਅਨ ਦੇਖੋ ਉਹ ਦੋਨੇ ਆਨਸਰ ਕੀ ਆਉਣਗੇ ਇਕੁਅਲ ਆਉਣਗੇ। ਕਲੀਅਰ ਆ। ਤੁਸੀਂ ਜਿਵੇਂ ਚਾਹੇ ਪਹਿਲਾਂ ਏ ਅਤੇ ਬੀ ਦੀ ਯੂਨੀਅਨ ਲੈ ਲਓ ਫਿਰ ਸੀ ਦੇ ਨਾਲ ਲੈ ਲਓ ਯੂਨੀਅਨ ਜਾਂ ਫਿਰ ਪਿਛਲੇ ਦੋ ਦੀ ਲੈ ਲਓ ਫਿਰ ਪਹਿਲੇ ਨਾਲ ਦੇਖ ਲਓ ਉਹ ਵੀ ਕੀ ਆਨਸਰ ਕੀ ਆਊਗਾ ਇਕੁਅਲ। ਇਹਨੂੰ ਬੋਲਦੇ ਆ ਐਸੋਸੀਏਟਿਵ ਲਾਅ। ਐਸੋਸੀਏਟਿਵ ਲਾਅ। ਥਰਡ ਕੁਐਸਚਨ ਕੀ ਆ ਥਰਡ ਪਾਰਟ ਆਪਣਾ ਥਰਡ ਪ੍ਰੋਪਰਟੀ ਏ ਯੂਨੀਅਨ ਫਾਈ ਇਕੁਅਲ ਟੂ ਏ। ਜੇ ਤੁਸੀਂ ਕਿਸੇ ਵੀ ਸੈੱਟ ਦੀ ਐਮਪਟੀ ਸੈੱਟ ਨਾਲ ਯੂਨੀਅਨ ਲਓਗੇ ਤਾਂ ਉਹ ਕਿਹੜਾ ਸੈੱਟ ਆਊਗਾ ਏ ਆ ਜਾਊਗਾ। ਫੋਰਥ ਹੈਗਾ ਏ ਯੂਨੀਅਨ ਏ ਆਪਦੇ ਆਪ ਨਾਲ ਏ ਆਊਗਾ ਇਹ ਤਾਂ ਅੰਡਰਸਟੂਡ ਹੀ ਆ। ਫਿਫਥ ਕੀ ਆ ਇਹ ਯੂਨੀਵਰਸਲ ਸੈੱਟ ਆ ਉੱਧਰੋਂ ਏ ਉਹਦਾ ਸਬਸੈੱਟ ਆ ਫਿਰ ਯੂਨੀਅਨ ਕੀ ਆਊਗੀ ਜਿਹੜਾ ਵੱਡਾ ਸੈੱਟ ਯੂਨੀਅਨ ਯੂਨੀਵਰਸਲ ਸੈੱਟ। ਰਾਜੇ ਯੂਨੀਅਨ ਦੇ ਵਿੱਚ ਤੁਸੀਂ ਇਹ ਸੋਚਣਾ ਵੀ ਵੱਡਾ ਸੈੱਟ ਹੀ ਆਲਵੇਜ਼ ਆਊਗਾ ਠੀਕ ਆ। ਏ ਯੂਨੀਅਨ ਫਾਈ ਦੇ ਵਿੱਚ ਏ ਆ ਜਾਊਗਾ ਆਪਦੇ ਆਪ ਨਾਲ ਤਾਂ ਏ ਹੀ ਆਊਗਾ ਜੇ ਯੂਨੀਵਰਸਲ ਸੈੱਟ ਨਾਲ ਯੂਨੀਅਨ ਲਓਗੇ ਤਾਂ ਯੂ ਆਊਗਾ। ਤਾਂ ਅੱਗੇ ਹੈਗੀਆਂ ਆਪਾਂ ਇੰਟਰਸੈਕਸ਼ਨ ਕੀਤੀ ਸੀ। ਇੰਟਰਸੈਕਸ਼ਨ ਦੇ ਵਿੱਚ ਜਿਹੜੀ ਆਪਣੀ ਚੀਜ਼ ਉਹ ਕਿਹੜੀ ਹੁੰਦੀ ਜਿਹੜੀ ਕਾਮਨ ਹੁੰਦੀ ਆ ਤਾਂ ਪ੍ਰੋਪਰਟੀਜ਼ ਆਫ ਆਪਰੇਸ਼ਨ ਆਫ ਇੰਟਰਸੈਕਸ਼ਨ ਪਹਿਲੀ ਫਿਰ ਉਹੀ ਆ ਏ ਇੰਟਰਸੈਕਸ਼ਨ ਬੀ ਫਾਈਂਡ ਕਰੋ ਜਾਂ ਫਿਰ ਬੀ ਇੰਟਰਸੈਕਸ਼ਨ ਏ ਇਹਨੂੰ ਕਮੂਟੇਟਿਵ ਲਾ ਬੋਲਦੇ ਆ। ਇਹ ਵੀ ਦੋਨੇ ਕੀ ਹੋਣਗੇ ਇਕੁਅਲ। ਇਸੇ ਤਰੀਕੇ ਨਾਲ ਜਾਂ ਫਿਰ ਤਿੰਨ ਸੈੱਟਸ ਨੇ ਆਪਣੇ ਕੋਲੇ ਜਾਂ ਪਹਿਲਾਂ ਦੋ ਦੀ ਇੰਟਰਸੈਕਸ਼ਨ ਲਓ ਫਿਰ ਸੀ ਦੇ ਨਾਲ ਲਓ ਜਾਂ ਫਿਰ ਪਿਛਲੇ ਦੋ ਦੀ ਪਹਿਲਾਂ ਲੈ ਲਓ ਫਿਰ ਏ ਦੇ ਨਾਲ ਲਓ ਆਨਸਰ ਵਿਲ ਵੀ ਸੇਮ। ਇਹਨੂੰ ਬੋਲਦੇ ਆ ਐਸੋਸੀਏਟਿਵ ਲਾ। ਠੀਕ ਹੈ ਰਾਜੀ। ਹੁਣ ਫਾਈ ਇੰਟਰਸੈਕਸ਼ਨ ਏ ਹੁਣ ਫਾਈ ਦੀ ਕਿਸੇ ਸੈੱਟ ਨਾਲ ਇੰਟਰਸੈਕਸ਼ਨ ਫਾਈ ਕੋਲੇ ਕੁਛ ਵੀ ਨਹੀਂ ਹੈਗਾ ਏ ਕੋਲੇ ਕੁਛ ਐਲੀਮੈਂਟ ਪਏ ਆ ਤਾਂ ਇੰਟਰਸੈਕਸ਼ਨ ਵੀ ਕੀ ਆਊਗੀ ਫਾਈ ਆਊਗੀ ਕੁਛ ਵੀ ਨਹੀਂ ਆਊਗਾ। ਯੂ ਦੀ ਯੂਨੀਵਰਸਲ ਸੈੱਟ ਦੀ ਇੰਟਰਸੈਕਸ਼ਨ ਵਿਦ ਏ ਉਹ ਏ ਹੀ ਆਊਗਾ। ਇਹਦੇ 'ਚ ਤੁਸੀਂ ਛੋਟਾ ਸੋਚਣਾ ਯੂਨੀਅਨ ਤੁਸੀਂ ਵੱਡਾ ਸੋਚਣਾ। ਏ ਇੰਟਰਸੈਕਸ਼ਨ ਵਿਦ ਏ ਆ ਜਾਊਗਾ। ਅਗਲਾ ਹੈਗਾ ਆਪਣਾ ਡਿਸਟਰੀਬਿਊਟਿਵ ਲਾ। ਰਾਜੇ ਇਹਦੇ 'ਚ ਕੀ ਆ ਇੱਥੇ ਏ ਆ ਇੱਥੇ ਇੰਟਰਸੈਕਸ਼ਨ ਆ ਇਹਦੇ 'ਚ ਅੰਦਰ ਕੀ ਪਿਆ ਵਾ ਯੂਨੀਅਨ ਏ ਇੰਟਰਸੈਕਸ਼ਨ ਬੀ ਯੂਨੀਅਨ ਸੀ ਇਹ ਕਾਹਦੇ ਇਕੁਅਲ ਹੋਊਗਾ ਏ ਇੰਟਰਸੈਕਸ਼ਨ ਬੀ ਯੂਨੀਅਨ ਏ ਇੰਟਰਸੈਕਸ਼ਨ ਸੀ। ਜਿਹੜੀ ਆ ਬਾਹਰ ਪਈ ਆ ਸਾਈਨ ਪਹਿਲਾਂ ਤਾਂ ਏ ਨੇ ਇਹਦੇ ਨਾਲ ਇੰਟਰਸੈਕਸ਼ਨ ਲੈਣੀ ਆ ਫਿਰ ਯੂਨੀਅਨ ਆ ਜਾਊਗਾ ਫਿਰ ਏ ਦੀ ਸੀ ਦੇ ਨਾਲ ਇੰਟਰਸੈਕਸ਼ਨ ਡਿਸਟਰੀਬਿਊਟਿਵ ਲਾ ਬੋਲਦੇ ਆ। ਇਹਨੂੰ ਵੀ ਤੁਸੀਂ ਔਨ ਕਾਪੀ ਨੋਟ ਕਰਨਾ ਕਾਪੀ 'ਤੇ ਨੋਟ ਕਰੋਗੇ ਠੀਕ ਹੈ ਰਾਜੇ। ਹੁਣ ਆਪਣੀ ਐਕਸਰਸਾਈਜ਼ 1.4 ਦੇ ਥੋੜ੍ਹੀ ਕਿਸੇ ਹੋਰ ਬੱਚੇ ਦੀ ਜਿਹੜੀ ਪ੍ਰੋਬਲਮ ਆ ਕੱਲ੍ਹ ਵਾਲੇ ਟੋਪਿਕ 'ਚੋਂ ਮੈਨੂੰ ਪੁੱਛ ਲਿਓ। ਤਾਂ ਅਗਲਾ ਜਿਹੜਾ ਆਪਣਾ ਟੋਪਿਕ ਆ ਡਿਫਰੈਂਸ ਆਫ ਸੈਟਸ। ਡਿਫਰੈਂਸ ਆਫ ਸੈਟਸ ਰਾਜੇ ਏ ਮਾਈਨਸ ਬੀ ਜਾਂ ਫਿਰ ਬੀ ਮਾਈਨਸ ਏ।
ਹੁਣ ਇਹਦਾ ਕੀ ਮਤਲਬ ਆ a ਮਾਈਨਸ b ਕੀ ਹੁੰਦਾ ਸੈਟ ਆਫ ਐਲੀਮੈਂਟਸ ਵਿਚ ਬਿਲੋਂਗ ਟੂ a ਬਟ ਨਾਟ b। ਆਪਾਂ ਐਗਜ਼ਾਮਪਲ ਲੈਂਦੇ ਆ, ਮੇਰੇ ਕੋਲ ਸੈੱਟ ਆ a, ਇਹਦੇ ਵਿੱਚ ਐਲੀਮੈਂਟਸ ਨੇ 1 2 3 4 5 6। ਮੇਰੇ ਕੋਲ b ਸੈੱਟ ਆ ਜਿਹਦੇ ਵਿੱਚ ਐਲੀਮੈਂਟ ਨੇ 2 4 6 8। a ਮਾਈਨਸ b ਦਾ ਕੀ ਮਤਲਬ ਆ, ਕਹਿੰਦੇ a ਮਾਈਨਸ b ਮੈਂ ਤੁਹਾਨੂੰ ਸਿੰਪਲ ਤਰੀਕੇ ਨਾਲ ਦੱਸਦੀ ਹਾਂ। a ਦੇ ਵਿੱਚੋਂ ਤੁਸੀਂ ਕੀ ਕਰਨਾ, ਜਿਹੜਾ ਐਲੀਮੈਂਟ a ਤੇ b ਦਾ ਕਾਮਨ ਆ ਨਾ ਉਹ ਕੱਢ ਦਿਓ। a ਦੇ ਐਲੀਮੈਂਟ ਤਾਂ ਰੱਖਣੇ ਹੀ ਆ, ਦੇਖੋ 1 ਤਾਂ ਇੱਧਰ ਹੈਗਾ, ਇੱਧਰ 1 ਹੈ ਨਹੀਂ, ਉਹ ਤਾਂ ਰਹੂਗਾ ਹੀ। a ਮਾਈਨਸ b ਦੇ ਵਿੱਚ ਕੀ ਕਰਨਾ, ਤੁਸੀਂ ਜਿਹੜੇ ਐਲੀਮੈਂਟ b ਦਾ ਪਿਆ ਉਹਨੂੰ ਕੱਢ ਦੇਣਾ, ਮਤਲਬ ਜਿਹੜਾ ਦੋਨਾਂ 'ਚ ਕਾਮਨ ਆ ਉਹ ਨਹੀਂ ਲੈਣਾ ਅਸੀਂ। a ਦੇ ਵਿੱਚ 1 ਤਾਂ ਲਵਾਂਗੇ, 1 ਲੈ ਲਿਆ। 2 ਦੇਖੋ ਰਾਜੇ, 2 b 'ਚ ਪਿਆ, 2 ਨਹੀਂ ਲੈਣਾ। 3 b 'ਚ ਹੈ ਨਹੀਂ 3 ਲਵਾਂਗੇ ਅਸੀਂ। 4 ਇੱਧਰ ਪਿਆ, ਇਹ ਨਹੀਂ ਲੈਣਾ। 2 ਨਹੀਂ ਲਵਾਂਗੇ, 4 ਨਹੀਂ ਲਵਾਂਗੇ। 1 ਲੈ ਲਾਂਗੇ, ਇਹ ਵੀ ਨਹੀਂ ਲੈਣਾ। 3 ਲੈ ਲਾਂਗੇ। 4 ਉੱਧਰ ਪਿਆ, 4 ਅਸੀਂ ਨਹੀਂ ਲਵਾਂਗੇ। 5 ਤਾਂ ਅਸੀਂ ਲਵਾਂਗੇ। 6 ਇੱਧਰ ਪਿਆ, 6 ਵੀ ਅਸੀਂ ਨਹੀਂ ਲਵਾਂਗੇ। ਗੱਲ ਕਲੀਅਰ ਹੋਈ ਰਾਜੇ? ਕੀ ਮਤਲਬ ਇਹਦਾ, a ਦੇ ਵਿੱਚੋਂ b ਕੱਢ ਦਿਓ, b ਵਾਲੇ ਐਲੀਮੈਂਟ ਸਾਰੇ ਕੱਢ ਦਿਓ। ਇਹਦਾ ਮਤਲਬ ਕੀ ਆ, ਜਿਹੜੀ ਇੰਟਰਸੈਕਸ਼ਨ ਪਾਰਟ ਆ ਉਹ a ਦੇ ਵਿੱਚੋਂ ਕੱਢ ਦਿਓ, ਜਾਂ ਇਹਦਾ ਇਹ ਤੁਸੀਂ ਕਹਿ ਸਕਦੇ ਹੋ ਦੋਨਾਂ ਦੇ ਜਿਹੜੇ ਕਾਮਨ ਆ ਉਹ a ਦੇ ਵਿੱਚੋਂ ਕੱਢ ਦਿਓ। a ਮਾਈਨਸ b 'ਚ ਇਹ ਐਲੀਮੈਂਟ ਆ ਗਏ। ਹੁਣ ਜੇ ਮੈਂ ਤੁਹਾਨੂੰ ਪੁੱਛਾਂ b ਮਾਈਨਸ a ਦਾ ਕੀ ਮਤਲਬ ਆ, b ਮਾਈਨਸ a, b ਦੇ ਵਿੱਚੋਂ a ਵਾਲੇ ਕੱਢ ਦਿਓ, b ਦੇ ਵਿੱਚੋਂ a ਵਾਲੇ ਕੱਢ ਦਿਓ। 2 a 'ਚ ਪਿਆ, 2 ਨਹੀਂ ਅਸੀਂ ਲੈਣਾ। 4 a 'ਚ ਪਿਆ, 4 ਵੀ ਨਹੀਂ ਅਸੀਂ ਲੈਣਾ। 6 a 'ਚ ਪਿਆ, 6 ਵੀ ਨਹੀਂ ਲੈਣਾ। 8 ਉੱਧਰ ਹੈ ਨਹੀਂ, 8 ਅਸੀਂ ਰੱਖ ਲਾਂਗੇ। ਇਹਦਾ ਇਕੱਲਾ ਆਨਸਰ ਕਿੰਨਾ ਆ ਗਿਆ, 8 ਆ ਗਿਆ। ਤਾਂ ਤੁਸੀਂ ਦੇਖਿਆ a ਮਾਈਨਸ b ਨੋਟ ਇਕੁਅਲ ਟੂ b ਮਾਈਨਸ a, ਦੋਨੇ ਬਰਾਬਰ ਨਹੀਂ ਹੋ ਸਕਦੇ। ਕਦੇ ਹੋ ਵੀ ਜਾਣਗੇ ਪਰ ਜ਼ਰੂਰੀ ਨਹੀਂ ਦੋਨੇ ਕੀ ਹੋਣ, ਬਰਾਬਰ ਹੋਣ। ਤਾਂ ਇਹ ਗੱਲ ਸਮਝ ਲੱਗ ਗਈ। ਇਹ